ਕਦੇ ਸੋਚਿਆ ਹੈ ਕਿ ਨੌਕਰੀ ਤੋਂ ਗਲਤ ਤਰੀਕੇ ਨਾਲ ਕੱਢੇ ਜਾਣ ਦਾ ਇੱਕ ਮਾਮਲਾ ਸਾਡੇ ਦੇਸ਼ ਦੇ ਪੂਰੇ ਕਾਨੂੰਨੀ ਸਿਸਟਮ ਦਾ ਇੱਕ ਅਹਿਮ ਹਿੱਸਾ ਬਦਲ ਸਕਦਾ ਹੈ? ਇਹ ਕੋਈ ਫਿਲਮੀ ਕਹਾਣੀ ਨਹੀਂ, ਬਿਲਕੁਲ ਇਹ ਇੱਕ ਅਸਲ ਕੇਸ ਹੈ ਜਿਸ ਨੇ ਭਾਰਤ ਵਿੱਚ ਆਰਬਿਟ੍ਰੇਸ਼ਨ ਦੇ ਨਿਯਮਾਂ ਨੂੰ ਇੱਕ ਨਵਾਂ ਮੋੜ ਦੇ ਦਿੱਤਾ। ਚਲੋ ਦੇਖਦੇ ਹਾਂ ਇਹ ਸਭ ਹੋਇਆ ਕਿਵੇਂ। ਅੱਛਾ, ਜ਼ਰਾ ਸੋਚ ਕੇ ਦੇਖੋ। ਇੱਕ ਜੱਜ ਹੈ, ਉਹਨਾਂ ਸਾਹਮਣੇ ਗੁੰਝਲਦਾਰ ਕੇਸ ਪਿਆ ਹੈ, ਪਰ ਉਹਨਾਂ ਦੇ ਹੱਥ ਬੰਨੇ ਹੋਏ ਨੇ। ਉਹਨਾਂ ਕੋਲ ਸਿਰਫ ਦੋ ਹੀ ਆਪਸ਼ਨ ਨੇ, ਜਾਂ ਤਾਂ ਪੂਰੇ ਫੈਸਲੇ ਨੂੰ ਹਾਂ ਕਹਿ ਦੇਣ ਜਾਂ ਫਿਰ ਪੂਰੇ ਫੈਸਲੇ ਨੂੰ ਨਾ ਕਹਿ ਕੇ ਰੱਦ ਕਰ ਦੇਣ, ਭਾਵੇਂ ਗਲਤੀ ਸਿਰਫ ਇੱਕ ਛੋਟੀ ਜੀ ਕੈਲਕੂਲੇਸ਼ਨ ਦੀ ਹੀ ਕਿਉਂ ਨਾ ਹੋਵੇ। ਹੈ ਨਾ ਅਜੀਬ? ਪਰ ਸੱਚ ਇਹ ਹੈ ਕਿ ਭਾਰਤ ਦਾ ਆਰਬਿਟ੍ਰੇਸ਼ਨ ਸਿਸਟਮ ਕਾਫੀ ਸਮੇਂ ਤੋਂ ਇਸੇ ਹੀ ਉਲਝਣ ਵਿੱਚ ਫਸਿਆ ਹੋਇਆ ਸੀ। ਤਾਂ ਅੱਜ ਆਪਾਂ ਕੀ ਦੇਖਾਂਗੇ? ਪਹਿਲਾਂ ਸਮਝਾਂਗੇ ਕਿ ਇਹ ਆਰਬਿਟ੍ਰੇਸ਼ਨ ਦੀ ਉਲਝਣ ਹੈ ਕੀ, ਫਿਰ ਇਨਸਾਫ ਲਈ ਇੱਕ ਲੜਾਈ ਦੀ ਕਹਾਣੀ ਤੇ ਨਜ਼ਰ ਮਾਰਾਂਗੇ। ਇਸ ਤੋਂ ਬਾਅਦ ਦੇਖਾਂਗੇ ਕਿ ਅਦਾਲਤਾਂ ਆਪਸ ਵਿੱਚ ਕਿਉਂ ਉਲਝੀਆਂ ਹੋਈਆਂ ਸਨ, ਤੇ ਫਿਰ ਸੁਪਰੀਮ ਕੋਰਟ ਦੇ ਵੱਡੇ ਫੈਸਲੇ ਦੀ ਗੱਲ ਕਰਾਂਗੇ ਜਿਸ ਨੇ ਇੱਕ ਨਵੀਂ ਰੂਲ ਬੁੱਕ ਤਿਆਰ ਕੀਤੀ। ਤੇ ਹਾਂ, ਆਖਿਰ ਵਿੱਚ ਉਸ ਇੱਕ ਵਿਰੋਧੀ ਆਵਾਜ਼ ਨੂੰ ਵੀ ਸੁਣਾਂਗੇ ਜਿਸ ਨੇ ਇਸ ਬਹਿਸ ਨੂੰ ਹੋਰ ਗਰਮਾ ਦਿੱਤਾ। ਚਲੋ ਸ਼ੁਰੂ ਕਰਦੇ ਹਾਂ ਆਰਬਿਟ੍ਰੇਸ਼ਨ ਦੀ ਬੁਝਾਰਤ ਨਾਲ। ਦੇਖੋ, ਇਸ ਕੇਸ ਤੋਂ ਪਹਿਲਾਂ ਜਿਹੜਾ ਆਰਬਿਟ੍ਰੇਸ਼ਨ ਸਿਸਟਮ ਸੀ ਨਾ, ਉਹਨੂੰ ਬਣਾਇਆ ਤਾਂ ਗਿਆ ਸੀ ਕੇਸਾਂ ਨੂੰ ਜਲਦੀ ਨਿਪਟਾਉਣ ਲਈ, ਪਰ ਉਹ ਇੱਕ ਅਜਿਹੀ ਕੰਧ ਨਾਲ ਟਕਰਾ ਰਿਹਾ ਸੀ ਜਿਹੜੀ ਉਸ ਦੇ ਬਣਨ ਦੇ ਮਕਸਦ ਨੂੰ ਹੀ ਖਤਮ ਕਰ ਰਹੀ ਸੀ। ਤਾਂ ਸਵਾਲ ਉੱਠਦਾ ਹੈ ਕਿ ਇਹ ਆਰਬਿਟ੍ਰੇਸ਼ਨ ਹੈ ਕੀ ਚੀਜ਼? ਬਹੁਤ ਸੌਖੇ ਸ਼ਬਦਾਂ ਵਿੱਚ ਸਮਝੀਏ ਤਾਂ ਇਹ ਕੋਰਟ ਕਚਹਿਰੀ ਤੋਂ ਬਾਹਰ ਝਗੜਾ ਸੁਲਝਾਉਣ ਦਾ ਇੱਕ ਤਰੀਕਾ ਹੈ। ਮਤਲਬ ਦੋਵੇਂ ਪਾਰਟੀਆਂ ਇੱਕ ਨਿਊਟਰਲ ਬੰਦੇ ਕੋਲ ਜਾਂਦੀਆਂ ਨੇ ਜਿਸ ਨੂੰ ਆਰਬਿਟਰੇਟਰ ਕਹਿੰਦੇ ਨੇ। ਉਹ ਦੋਵਾਂ ਦੀ ਗੱਲ ਸੁਣ ਕੇ ਇੱਕ ਫੈਸਲਾ ਦਿੰਦਾ ਹੈ ਜਿਸ ਨੂੰ ਆਰਬਿਟਰਲ ਅਵਾਰਡ ਕਿਹਾ ਜਾਂਦਾ ਹੈ, ਤੇ ਇਹ ਫੈਸਲਾ ਫਾਈਨਲ ਹੁੰਦਾ ਹੈ, ਦੋਵਾਂ ਤੇ ਲਾਗੂ ਹੁੰਦਾ ਹੈ, ਤੇ ਇਸ ਦੀ ਤਾਕਤ ਬਿਲਕੁਲ ਇੱਕ ਕੋਰਟ ਦੇ ਫੈਸਲੇ ਜਿੰਨੀ ਹੁੰਦੀ ਹੈ। ਇਸ ਦਾ ਮਕਸਦ ਹੀ ਹੈ ਛੇਤੀ ਇਨਸਾਫ। ਤੇ ਅਸਲੀ ਗੜਬੜ ਇੱਥੇ ਸੀ। ਸੋਚੋ, ਪਹਿਲਾਂ ਕੀ ਹੁੰਦਾ ਸੀ? ਪਾਰਟੀਆਂ ਨੇ ਆਰਬਿਟ੍ਰੇਸ਼ਨ ਕਰਵਾਈ, ਇੱਕ ਫੈਸਲਾ ਵੀ ਆ ਗਿਆ, ਪਰ ਉਸ ਵਿੱਚ ਨਿੱਕੀ ਜੀ ਕੋਈ ਹਿਸਾਬ-ਕਿਤਾਬ ਦੀ ਗਲਤੀ ਨਿਕਲ ਆਈ। ਤਾਂ ਪਹਿਲਾਂ ਅਦਾਲਤਾਂ ਕੀ ਕਰਦੀਆਂ ਸਨ? ਉਹ ਉਸ ਨਿੱਕੀ ਜੀ ਗਲਤੀ ਨੂੰ ਠੀਕ ਨਹੀਂ ਕਰ ਸਕਦੀਆਂ ਸਨ। ਉਹਨਾਂ ਕੋਲ ਸਿਰਫ ਇੱਕ ਹੀ ਬਟਨ ਸੀ, ਪੂਰਾ ਫੈਸਲਾ ਰੱਦ ਕਰਨ ਦਾ। ਮਤਲਬ ਸਾਰੀ ਮਿਹਨਤ ਬਰਬਾਦ, ਸਾਰਾ ਸਮਾਂ ਬਰਬਾਦ ਤੇ ਸਾਰੀ ਕਹਾਣੀ ਸ਼ੁਰੂ ਤੋਂ ਸ਼ੁਰੂ ਕਰੋ। ਇਸ ਨਾਲ ਤਾਂ ਆਰਬਿਟ੍ਰੇਸ਼ਨ ਦਾ ਮਤਲਬ ਹੀ ਖਤਮ ਹੋ ਜਾਂਦਾ ਸੀ। ਇਸ ਸਾਰੀ ਕਾਨੂੰਨੀ ਉਥਲ-ਪੁਥਲ ਪਿੱਛੇ ਇੱਕ ਇਨਸਾਨ ਦੀ ਕਹਾਣੀ ਹੈ, ਇੱਕ ਲੜਾਈ ਜਿਸ ਨੇ ਇਸ ਪੂਰੇ ਬਦਲਾਵ ਨੂੰ ਜਨਮ ਦਿੱਤਾ। ਇਹ ਕਹਾਣੀ ਹੈ ਗਾਇਤਰੀ ਬਾਲਾਸਾਮੀ ਦੀ। ਗਾਇਤਰੀ ਬਾਲਾਸਵਾਮੀ ISG ਨੋਵਾਸੌਫਟ ਵਿੱਚ ਵਾਈਸ ਪ੍ਰੈਜ਼ੀਡੈਂਟ ਸਨ। ਜਦੋਂ ਉਹਨਾਂ ਨੇ ਆਪਣੇ ਕੰਮ ਵਾਲੀ ਥਾਂ ਤੇ ਸੈਕਸ਼ੂਅਲ ਹਰਾਸਮੈਂਟ ਦੇ ਬਹੁਤ ਗੰਭੀਰ ਇਲਜ਼ਾਮ ਲਗਾਏ, ਤਾਂ ਇਨਸਾਫ ਮਿਲਣ ਦੀ ਥਾਂ ਉਹਨਾਂ ਨੂੰ ਗਲਤ ਤਰੀਕੇ ਨਾਲ ਨੌਕਰੀ ਤੋਂ ਹੀ ਕੱਢ ਦਿੱਤਾ ਗਿਆ, ਤੇ ਬਸ ਇੱਥੋਂ ਹੀ ਉਹਨਾਂ ਦੀ ਇਨਸਾਫ ਲਈ ਇੱਕ ਲੰਬੀ ਲੜਾਈ ਸ਼ੁਰੂ ਹੋ ਗਈ। ਤਾਂ ਸਾਲ 2006 ਵਿੱਚ ਉਹਨਾਂ ਨੇ ਆਪਣੀ ਗਲਤ ਬਰਖਾਸਤਗੀ ਖਿਲਾਫ ਆਰਬਿਟ੍ਰੇਸ਼ਨ ਦੀ ਕਾਰਵਾਈ ਸ਼ੁਰੂ ਕੀਤੀ। ਆਰਬਿਟ੍ਰੇਸ਼ਨ ਟ੍ਰਿਬਿਊਨਲ ਨੇ ਉਹਨਾਂ ਦੇ ਹੱਕ ਵਿੱਚ ਫੈਸਲਾ ਦਿੱਤਾ ਤੇ 2 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ। ਪਰ ਇਹ ਤਾਂ ਸਿਰਫ ਸ਼ੁਰੂਆਤ ਸੀ। ਇਸ ਤੋਂ ਬਾਅਦ ਕੇਸ ਪਹੁੰਚਿਆ ਅਦਾਲਤਾਂ ਵਿੱਚ, ਤੇ ਇੱਥੇ ਆ ਕੇ ਸਥਿਤੀ ਹੋਰ ਵੀ ਜ਼ਿਆਦਾ ਉਲਝ ਗਈ, ਕਿਉਂਕਿ ਅਦਾਲਤਾਂ ਆਪਸ ਵਿੱਚ ਹੀ ਸਹਿਮਤ ਨਹੀਂ ਸਨ। ਤਾਂ ਸਭ ਤੋਂ ਪਹਿਲਾਂ ਆਰਬਿਟ੍ਰੇਸ਼ਨ ਟ੍ਰਿਬਿਊਨਲ ਨੇ ਮੁਆਵਜ਼ਾ ਤੈਅ ਕੀਤਾ ਸੀ 2 ਕਰੋੜ ਰੁਪਏ। ਪਰ ਜਦੋਂ ਇਸ ਫੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ, ਤਾਂ ਇੱਕ ਸਿੰਗਲ ਜੱਜ ਨੇ ਇਸ ਰਕਮ ਵਿੱਚ 1 ਕਰੋੜ 60 ਲੱਖ ਰੁਪਏ ਹੋਰ ਜੋੜ ਦਿੱਤੇ। ਤੇ ਫਿਰ ਆਇਆ ਸਭ ਤੋਂ ਵੱਡਾ ਟਵਿਸਟ। ਜਦੋਂ ਕੰਪਨੀ ਨੇ ਇਸ ਫੈਸਲੇ ਖਿਲਾਫ ਅਪੀਲ ਕੀਤੀ, ਤਾਂ ਉਸੇ ਹਾਈ ਕੋਰਟ ਦੇ ਇੱਕ ਡਿਵੀਜ਼ਨ ਬੈਂਚ ਨੇ ਉਸ ਵਾਧੂ 1 ਕਰੋੜ 60 ਲੱਖ ਨੂੰ ਘਟਾ ਕੇ ਸਿਰਫ 50,000 ਰੁਪਏ ਕਰ ਦਿੱਤਾ। ਸੋਚੋ, ਕਿੱਥੇ ਕਰੋੜਾਂ ਤੇ ਕਿੱਥੇ ਸਿਰਫ ਹਜ਼ਾਰਾਂ। ਇਸਨੇ ਸਾਫ਼ ਕਰ ਦਿੱਤਾ ਕਿ ਕਾਨੂੰਨ ਵਿੱਚ ਕਿੰਨੀ ਵੱਡੀ ਉਲਝਣ ਸੀ। ਇਸ ਪੂਰੇ ਗੜਬੜ ਅਤੇ ਵਿਰੋਧੀ ਫੈਸਲਿਆਂ ਕਰਕੇ ਇਹ ਮਾਮਲਾ ਆਖਰਕਾਰ ਪਹੁੰਚ ਗਿਆ ਸੁਪਰੀਮ ਕੋਰਟ। ਤੇ ਇਹ ਕੋਈ ਆਮ ਸੁਣਵਾਈ ਨਹੀਂ ਸੀ। ਇਸ ਨੂੰ ਇੱਕ ਸੰਵਿਧਾਨਿਕ ਬੈਂਚ ਯਾਨੀ 5 ਜੱਜਾਂ ਦੇ ਇੱਕ ਵੱਡੇ ਬੈਂਚ ਕੋਲ ਭੇਜਿਆ ਗਿਆ ਤਾਂ ਕਿ ਇਸ ਮੁੱਦੇ ਨੂੰ ਹਮੇਸ਼ਾ ਲਈ ਸੁਲਝਾਇਆ ਜਾ ਸਕੇ। ਤਾਂ ਸੁਪਰੀਮ ਕੋਰਟ ਦੇ ਸਾਹਮਣੇ ਇੱਕ ਬਹੁਤ ਹੀ ਸਿੱਧਾ ਤੇ ਅਹਿਮ ਸਵਾਲ ਸੀ ਕਿ ਭਾਰਤੀ ਅਦਾਲਤਾਂ ਕੋਲ ਆਰਬਿਟ੍ਰੇਸ਼ਨ ਐਕਟ ਦੀ ਧਾਰਾ 34 ਦੇ ਤਹਿਤ ਕਿਸੇ ਆਰਬਿਟਰਲ ਅਵਾਰਡ ਯਾਨੀ ਫੈਸਲੇ ਨੂੰ ਮੋਡੀਫਾਈ ਕਰਨ, ਮਤਲਬ ਉਸ ਵਿੱਚ ਬਦਲਾਵ ਕਰਨ ਦੀ ਤਾਕਤ ਹੈ, ਜਾਂ ਕਿ ਉਹ ਸਿਰਫ ਉਸ ਨੂੰ ਰੱਦ ਹੀ ਕਰ ਸਕਦੀਆਂ ਨੇ। ਇਹ ਉਹ ਸਵਾਲ ਸੀ ਜਿਸ ਦਾ ਜਵਾਬ ਪੂਰਾ ਕਾਨੂੰਨੀ ਸਿਸਟਮ ਲੱਭ ਰਿਹਾ ਸੀ। ਤੇ ਫਿਰ ਫੈਸਲਾ ਆਇਆ। ਸਾਲ 2025 ਵਿੱਚ ਸੁਪਰੀਮ ਕੋਰਟ ਨੇ 4-1 ਦੇ ਬਹੁਮਤ ਨਾਲ ਇੱਕ ਅਜਿਹਾ ਇਤਿਹਾਸਕ ਫੈਸਲਾ ਸੁਣਾਇਆ ਜਿਸ ਨੇ ਆਰਬਿਟ੍ਰੇਸ਼ਨ ਦੀ ਖੇਡ ਦੇ ਨਿਯਮ ਹੀ ਬਦਲ ਦਿੱਤੇ। ਤਾਂ ਹੁਣ ਇੱਕ ਨਵੀਂ ਨਿਯਮ ਪੁਸਤਕ ਸਾਹਮਣੇ ਆਈ। ਚਲੋ ਦੇਖਦੇ ਹਾਂ ਕਿ ਸੁਪਰੀਮ ਕੋਰਟ ਨੇ ਇਸ ਸਮੱਸਿਆ ਦਾ ਕੀ ਹੱਲ ਕੱਢਿਆ ਅਤੇ ਇੱਕ ਵਿਚਕਾਰਲਾ ਰਸਤਾ ਕਿਵੇਂ ਲੱਭਿਆ। ਤਾਂ ਕੋਰਟ ਨੇ ਕੀ ਕਿਹਾ? ਉਹਨਾਂ ਨੇ ਕਿਹਾ, ਹਾਂ,
ਅਦਾਲਤਾਂ ਹੁਣ ਫੈਸਲਿਆਂ ਨੂੰ ਮੋਡੀਫਾਈ ਕਰ ਸਕਦੀਆਂ ਨੇ, ਪਰ ਹਰ ਕੇਸ ਵਿੱਚ ਨਹੀਂ, ਸਿਰਫ ਕੁਝ ਖਾਸ ਹਾਲਾਤਾਂ ਵਿੱਚ। ਜਿਵੇਂ ਕਿ ਜੇ ਫੈਸਲੇ ਦਾ ਕੋਈ ਗਲਤ ਹਿੱਸਾ ਬਾਕੀ ਸਹੀ ਹਿੱਸੇ ਤੋਂ ਵੱਖ ਕੀਤਾ ਜਾ ਸਕਦਾ ਹੋਵੇ ਤਾਂ ਉਸ ਨੂੰ ਹਟਾਇਆ ਜਾ ਸਕਦਾ ਹੈ। ਜੇ ਕੋਈ ਛੋਟੀ-ਮੋਟੀ ਲਿਖਣ ਜਾਂ ਹਿਸਾਬ ਦੀ ਗਲਤੀ ਹੋਵੇ ਤਾਂ ਉਸ ਨੂੰ ਠੀਕ ਕੀਤਾ ਜਾ ਸਕਦਾ ਹੈ। ਵਿਆਜ ਦੇਣ ਵਿੱਚ ਕੋਈ ਗਲਤੀ ਹੋ ਗਈ ਹੋਵੇ ਤਾਂ ਉਸ ਨੂੰ ਵੀ ਸੁਧਾਰਿਆ ਜਾ ਸਕਦਾ ਹੈ। ਤੇ ਬਹੁਤ ਹੀ ਖਾਸ ਰੇਅਰ ਕੇਸਾਂ ਵਿੱਚ ਪੂਰਾ ਇਨਸਾਫ ਕਰਨ ਲਈ ਕੋਰਟ ਆਰਟੀਕਲ 142 ਦੀ ਆਪਣੀ ਖਾਸ ਤਾਕਤ ਵਰਤ ਸਕਦੀ ਹੈ। ਇਸ ਟੇਬਲ ਤੋਂ ਸਾਰੀ ਗੱਲ ਬਿਲਕੁਲ ਸਾਫ਼ ਹੋ ਜਾਂਦੀ ਹੈ। ਦੇਖੋ, ਗਾਇਤਰੀ ਬਾਲਾਸਾਮੀ ਕੇਸ ਤੋਂ ਪਹਿਲਾਂ ਜੇ ਕੋਈ ਨੁਕਸਾਨ ਵਾਲਾ ਅਵਾਰਡ ਆਂਦਾ ਸੀ ਤਾਂ ਕੋਰਟ ਕੋਲ ਸਿਰਫ ਇੱਕ ਹੀ ਆਪਸ਼ਨ ਸੀ, ਉਸ ਨੂੰ ਪੂਰੀ ਤਰ੍ਹਾਂ ਰੱਦ ਕਰਨਾ। ਪਰ ਹੁਣ ਇਸ ਕੇਸ ਤੋਂ ਬਾਅਦ ਕੋਰਟ ਕੋਲ ਦੋ ਆਪਸ਼ਨ ਨੇ, ਜਾਂ ਤਾਂ ਉਸ ਨੂੰ ਕੁਝ ਹਾਲਤਾਂ ਵਿੱਚ ਮੋਡੀਫਾਈ ਕਰ ਦੇਣਾ ਜਾਂ ਫਿਰ ਰੱਦ ਕਰਨਾ। ਇਸ ਨਾਲ ਇਨਸਾਫ ਤੇ ਕੰਮ ਦੀ ਰਫ਼ਤਾਰ ਵਿੱਚ ਇੱਕ ਬਿਹਤਰ ਬੈਲੈਂਸ ਬਣਿਆ ਹੈ। ਪਰ ਕਹਾਣੀ ਇੱਥੇ ਖਤਮ ਨਹੀਂ ਹੁੰਦੀ। ਇਹ ਫੈਸਲਾ ਸਰਬਸੰਮਤੀ ਨਾਲ ਨਹੀਂ ਲਿਆ ਗਿਆ ਸੀ। ਇੱਕ ਵਿਰੋਧੀ ਆਵਾਜ਼ ਲਈ ਸੀ। ਜਸਟਿਸ ਕੇ.ਵੀ. ਵਿਸ਼ਵਨਾਥਨ ਦਾ ਇੱਕ ਬਹੁਤ ਹੀ ਦਮਦਾਰ ਵਿਰੋਧੀ ਤਰਕ ਸੀ ਤੇ ਉਸ ਨੂੰ ਸਮਝਣਾ ਵੀ ਬਹੁਤ ਜ਼ਰੂਰੀ ਹੈ। ਜਸਟਿਸ ਵਿਸ਼ਵਨਾਥਨ ਦਾ ਕਹਿਣਾ ਬਹੁਤ ਸਪਸ਼ਟ ਸੀ। ਉਹਨਾਂ ਨੇ ਕਿਹਾ ਕਿ ਅਦਾਲਤਾਂ ਨੂੰ ਆਰਬਿਟ੍ਰੇਸ਼ਨ ਐਕਟ ਵਿੱਚ ਤੈਅ ਕੀਤੀਆਂ ਗਈਆਂ ਕਾਨੂੰਨੀ ਹੱਦਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਜੇ ਕਾਨੂੰਨ ਬਣਾਉਣ ਵਾਲਿਆਂ ਨੇ ਮੋਡੀਫਾਈ ਕਰਨ ਦੀ ਤਾਕਤ ਨਹੀਂ ਦਿੱਤੀ ਤਾਂ ਅਦਾਲਤਾਂ ਨੂੰ ਇਹ ਤਾਕਤ ਆਪਣੇ ਆਪ ਨਹੀਂ ਲੈਣੀ ਚਾਹੀਦੀ। ਤਾਂ ਅਸਲ ਬਹਿਸ ਇਹੀ ਸੀ। ਇੱਕ ਪਾਸੇ ਸੀ ਬਹੁਮਤ ਦਾ ਵਿਚਾਰ, ਜਿਸ ਨੇ ਪ੍ਰੈਕਟੀਕਲ ਇਨਸਾਫ ਨੂੰ ਪਹਿਲ ਦਿੱਤੀ ਤਾਂ ਕਿ ਲੋਕਾਂ ਨੂੰ ਦੁਬਾਰਾ ਸਾਰੀ ਪ੍ਰਕਿਰਿਆ ਸ਼ੁਰੂ ਨਾ ਕਰਨੀ ਪਵੇ, ਤੇ ਦੂਜੇ ਪਾਸੇ ਸੀ ਵਿਰੋਧੀ ਵਿਚਾਰ, ਜਿਸ ਦਾ ਕਹਿਣਾ ਸੀ ਕਿ ਅਦਾਲਤਾਂ ਨੂੰ ਕਾਨੂੰਨ ਦੀਆਂ ਹੱਦਾਂ ਵਿੱਚ ਰਹਿਣਾ ਚਾਹੀਦਾ ਹੈ ਤੇ ਆਰਬਿਟ੍ਰੇਸ਼ਨ ਦੀ ਆਜ਼ਾਦੀ ਦਾ ਸਨਮਾਨ ਕਰਨਾ ਚਾਹੀਦਾ ਹੈ, ਕਿਉਂਕਿ ਇਹੀ ਇਸ ਦੀ ਨੀਂਹ ਹੈ। ਤਾਂ ਆਖਿਰ ਵਿੱਚ ਇਹ ਫੈਸਲਾ ਇੱਕ ਵੱਡਾ ਸਵਾਲ ਛੱਡ ਜਾਂਦਾ ਹੈ ਕਿ ਇਹ ਇਨਸਾਫ ਵੱਲ ਇੱਕ ਜ਼ਰੂਰੀ ਕਦਮ ਹੈ ਜਾਂ ਫਿਰ ਇਹ ਆਰਬਿਟ੍ਰੇਸ਼ਨ ਦੀ ਨੀਂਹ ਵਿੱਚ ਹੀ ਇੱਕ ਦਰਾੜ ਹੈ। ਇਸ ਬਹਿਸ ਦਾ ਜਵਾਬ ਹੀ ਆਉਣ ਵਾਲੇ ਸਮੇਂ ਵਿੱਚ ਭਾਰਤੀ ਕਾਨੂੰਨ ਦੀ ਦਿਸ਼ਾ ਤੈਅ ਕਰੇਗਾ।